तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। सतनाम ਧੰਨ ਵਾਹਿਗੁਰੂ ਜੀ। ਕਿਰਪਾ ਕਰਹੁ ਦੀਨ ਕੀ ਦਾਤੇ। ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੁਪੈ ਸੁਆਮੀ। ਮਾਨਸ ਕੀ ਗਤ ਇਹੀ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ। ਸਾ ਬਿਦ ਤੁਮ ਹਰ ਜਾਨੋ ਆਪੇ। हम रुलते फिरते कोई बात ना पूछता। गुर सतगुर संग किरै हम थापे। धन धन गुरु नानक जिन केरा। ਜਿਤ ਮਿਲਿਆ ਚੁਕੈ ਸਭ ਸੋਗ ਸੰਤਾਪੇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਕਰ ਨਾਮ ਨਿਧ ਆਵੈ ਤਾਏ। ਤੇਗ ਬਹਾਦਰ ਸਿਮਰਿਐ ਕਰ ਨਾਮ ਨਿਧ ਆਵੈ ਤਾਏ। ਸਭ ਥਾਈ ਹੋਏ ਸਹਾਏ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠ ਕਰਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ 400 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਹੋ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਜੀਵਨ ਕਥਾ ਨੂੰ ਆਪ ਜੀ ਰੋਜ਼ਾਨਾ ਦੇਸ਼ ਅਤੇ ਵਿਦੇਸ਼ ਵਿੱਚ ਬੈਠ ਕਰਕੇ ਸਰਵਨ ਕਰ ਰਹੇ ਹੋ। ਪਿਛਲੇ ਦੀਵਾਨ ਦੇ ਵਿੱਚ ਆਪ ਜੀ ਨੇ ਸਰਵਨ ਕੀਤਾ ਸੀ ਕਿ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਅਸਾਮ ਵਾਲੇ ਪਾਸੇ ਸਤਿਗੁਰੂ ਮਹਾਰਾਜ ਜੀ ਨੇ ਜਾਣ ਵਾਸਤੇ ਜਿਹੜਾ ਸੀ ਉਹ ਤਿਆਰੀ ਕੀਤੀ ਹੈ। ਭਾਈ ਦਿਆਲਾ ਜੀ ਨੂੰ ਘਰ ਦਾ ਜਿਹੜਾ ਪਰਿਵਾਰ ਦਾ ਸਤਿਗੁਰੂ ਮਹਾਰਾਜ ਜੀ ਨੇ ਹੁਕਮ ਦਿੱਤਾ ਕਿ ਇਹਨਾਂ ਦੀ ਅਗਵਾਈ ਦੇ ਵਿੱਚ ਤੁਰਨਾ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਤੋਂ ਬਾਅਦ ਵਿੱਚ ਦੂਸਰੇ ਸਤਿਗੁਰ ਨੇ ਜਿਨ੍ਹਾਂ ਨੇ ਬਹੁਤ ਲੰਮੀਆਂ ਯਾਤਰਾਵਾਂ ਕੀਤੀਆਂ ਨੇ। ਸਤਿਗੁਰੂ ਮਹਾਰਾਜ ਜੀ ਜਿਸ ਵੇਲੇ ਪਟਨਾ ਸਾਹਿਬ ਦੀ ਧਰਤੀ ਤੋਂ ਚੱਲਦੇ ਨੇ ਮਹਾਰਾਜ ਜੀ ਇੱਕ ਇਲਾਕੇ ਦੇ ਵਿੱਚ ਪਹੁੰਚੇ ਜਿਸ ਨੂੰ ਮੁੰਗੇਰ ਸ਼ਹਿਰ ਕਰਕੇ ਕਿਹਾ ਹੈ। ਮੁੰਗੇਰ ਸ਼ਹਿਰ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਜਿਸ ਵੇਲੇ ਗਏ ਉੱਥੋਂ ਦੇ ਲੋਕ ਪੰਡਤ ਜਿਹੜੇ ਸਨ ਉਹ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਆਏ। ਖਾਸ ਕਰਕੇ ਬਾਬਾ ਪਰਦੇਸੀ ਰਾਮ ਜਿਹੜੇ ਸੀ ਉਹਨਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕੀਤੇ। और गुरु की शोभा ऐसी सी, गुरु की आबा ऐसी सी। सतगुरु महाराज पातशाह जी का वो आबा मंडल उन्हां दी खिच ऐसा सरूप ऐसा सी कि बाबा परदेसी राम जिहड़ा है वो सतगुरु महाराज जी के चरनां दे विच सतगुरु महाराज जी तो सिੱਖੀ प्राप्त की।
ਔਰ ਕੱਲਾ ਬਾਬਾ ਪਰਦੇਸੀ ਰਾਮ ਜਿਹੜਾ ਸੀ ਉਹ ਸਿੱਖ ਨਹੀਂ ਬਣਿਆ, ਸਗੋਂ ਬਹੁਤ ਸਾਰੇ ਬ੍ਰਾਹਮਣ ਜਿਹੜੇ ਸਨ ਉਹ ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਕਰਕੇ ਸਿੱਖੀ ਦੇ ਦਾਇਰੇ ਵਿੱਚ ਆਏ, ਗੁਰੂ ਤੇਗ ਬਹਾਦਰ ਮਹਾਰਾਜ ਜੀ ਤੋਂ ਸਿੱਖੀ ਪ੍ਰਾਪਤ ਕੀਤੀ। ਸਤਿਗੁਰੂ ਮਹਾਰਾਜ ਜੀ ਜਿੱਥੇ ਟਿਕੇ, ਪਿੱਪਲ ਪਾਤੀ ਪੱਕੀ ਸੰਗਤ ਉਸ ਅਸਥਾਨ ਨੂੰ, ਜਿਹੜੀ ਸੰਗਤ ਇਸ ਨਾਮ ਦੇ ਨਾਲ ਜਾਣਦੀ ਹੈ, ਮੰਗੇਰ ਦੀ ਸੰਗਤ ਨੇ ਉਸ ਅਸਥਾਨ ਦਾ ਨਾਮ ਪਿੱਪਲ ਪਾਤੀ ਪੱਕੀ ਸੰਗਤ ਜਿਹੜਾ ਸੀ ਉਹਨੂੰ ਨਾਮ ਦਿੱਤਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਗੰਗਾ ਦੇ ਕਿਨਾਰੇ ਜੁਗੇਸਰ ਨਾਂ ਦਾ ਗੁਰਦੁਆਰਾ ਸਤਿਗੁਰੂ ਮਹਾਰਾਜ ਜੀ ਦਾ ਸੁਭਾਏਮਾਨ ਹੈ, ਜਿੱਥੇ ਸਤਿਗੁਰੂ ਮਹਾਰਾਜ ਟਿਕੇ ਤੇ ਜਿਸ ਨੂੰ ਬੜੀ ਸੰਗਤ ਚੌਂਕੀ ਸਾਹਿਬ ਆਖਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇੱਕ ਪੱਥਰ ਦੀ ਸਿਲਾ ਦੇ ਉੱਤੇ ਬੈਠ ਕੇ ਮਹਾਰਾਜ ਇਸ਼ਨਾਨ ਕੀਤਾ। ਉਸ ਜਗ੍ਹਾ ਦੇ ਉੱਪਰ ਇਹ ਸਤਿਗੁਰੂ ਮਹਾਰਾਜ ਜੀ ਦਾ ਅਸਥਾਨ ਬਣਿਆ, ਬੜੀ ਸੰਗਤ ਚੌਂਕੀ ਸਾਹਿਬ। ਦਰਬੰਗਾ ਦਾ ਰਾਜਾ ਉਹਨੇ ਸਤਿਗੁਰੂ ਮਹਾਰਾਜ ਜੀ ਦੇ ਅਸਥਾਨ ਗੁਰਦੁਆਰਾ ਬੜੀ ਸੰਗਤ ਚੌਂਕੀ ਸਾਹਿਬ ਜਿਹੜੀ ਹੈ ਉਹਦੇ ਨਾਂ 'ਤੇ 15,000 ਵਿਗੇ ਜ਼ਮੀਨ ਜਿਹੜੀ ਹੈ ਉਹਨੇ ਲਵਾਉਣਾ ਕੀਤੀ। ਸਤਿਗੁਰੂ ਮਹਾਰਾਜ ਪਾਤਸ਼ਾਹ ਫਿਰ ਮੁੰਗੇਰ ਸ਼ਹਿਰ ਤੋਂ ਚੱਲਦਿਆਂ ਹੋਇਆਂ ਗੰਜ ਭਾਗਲਪੁਰ ਰਾਜ ਮਹਿਲ ਜਿਸ ਵੇਲੇ ਸਤਿਗੁਰੂ ਮਹਾਰਾਜ ਜੀ ਪਹੁੰਚਦੇ ਨੇ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਉਣਾ ਸੁਣ ਕਰਕੇ ਜਿਹੜੇ ਉਸ ਇਲਾਕੇ ਦੇ ਲੋਕ ਸਨ ਉਹਨਾਂ ਨੇ ਮਨ ਦੇ ਵਿੱਚ ਇਹ ਸੋਚਿਆ ਕਿ ਸਤਿਗੁਰੂ ਮਹਾਰਾਜ ਜੀ ਦੀ ਸੇਵਾ ਕਰਨੀ ਹੈ ਤੇ ਬਹੁਤ ਸਾਰਾ ਉਹਨਾਂ ਨੇ ਇੱਕ ਦੂਸਰੇ ਲੋਕਾਂ ਤੋਂ ਧਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਇਸ ਗੱਲ ਦੀ ਪਤਾ ਲੱਗਦਾ ਹੈ, ਖਬਰ ਮਿਲਦੀ ਹੈ ਕਿ ਰਾਜ ਮਹੱਲ ਦੇ ਲੋਕ ਜਿਹੜੇ ਨੇ ਉਹਨਾਂ ਨੇ ਧਨ ਇਕੱਠਾ ਕੀਤਾ ਹੈ ਔਰ ਸਾਡੇ ਵਾਸਤੇ ਕਰਦੇ ਪਏ ਨੇ, ਸੰਗਤ ਤੋਂ ਮਾਇਆ ਇਕੱਤਰ ਕੀਤੀ ਹੈ। ਸਤਿਗੁਰੂ ਮਹਾਰਾਜ ਜੀ ਫਿਰ ਰਾਜ ਮਹਿਲ ਨਗਰ ਦੇ ਅੰਦਰ ਨਹੀਂ ਗਏ, ਮਹਾਰਾਜ ਨਗਰ ਦੇ ਬਾਹਰ ਹੀ ਸਤਿਗੁਰੂ ਮਹਾਰਾਜ ਜੀ ਨੇ ਦੀਵਾਨ ਕੀਤਾ। ਸੰਗਤ ਉੱਥੇ ਦਰਸ਼ਨਾਂ ਵਾਸਤੇ ਆਈ। ਮਹਾਰਾਜ ਉੱਥੋਂ ਦੀਵਾਨ ਕਰਕੇ ਜਦੋਂ ਸਤਿਗੁਰੂ ਮਹਾਰਾਜ ਰਾਜ ਮਹਿਲ ਤੋਂ ਅੱਗੇ ਤੁਰਨ ਲੱਗੇ ਤੇ ਰਾਜ ਮਹਿਲ ਦੀ ਸੰਗਤ ਨੇ ਆ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਚਰਨ ਪਰਸੇ। ਸਤਿਗੁਰੂ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਮਹਾਰਾਜ ਆਪ ਕਿਰਪਾ ਕਰਦੇ, ਆਪ ਸਤਿਗੁਰੂ ਮਹਾਰਾਜ ਨਗਰ ਦੇ ਵਿੱਚ ਚਰਨ ਕਿਉਂ ਨਹੀਂ ਪਾਏ। ਮਹਾਰਾਜ ਜੀ ਨੇ ਕਿਹਾ ਕਿ ਆਪ ਜੀ ਨੇ ਸੰਗਤ ਤੋਂ ਸਾਡੇ ਵਾਸਤੇ ਮਾਇਆ ਇਕੱਤਰ ਕੀਤੀ ਹੈ ਔਰ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਵਾਸਤੇ ਜਿਹੜੀ ਮਾਇਆ ਇਕੱਤਰ ਆਪ ਜੀ ਨੇ ਕੀਤੀ ਹੈ ਉਹ ਮਾਇਆ ਸੰਗਤ ਦੀ ਕੇਵਲ ਸਾਡੇ ਕਾਰਜ ਵਾਸਤੇ ਹੀ ਜਿਹੜੀ ਉਹ ਸਥਾਪਿਤ ਕੀਤੀ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਉੱਥੇ ਜਿਹੜਾ ਸੀ ਉਹ ਉਪਦੇਸ਼ ਦੇਣਾ ਕੀਤਾ। ਮਹਾਰਾਜ ਜੀ ਦੀ ਹੁਕਮ ਦੇ ਕਰਕੇ ਜਿਹੜਾ ਸੀ ਉਹ ਸੰਗਤ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਆਈ। ਨਹੀਂ ਗੁਰ ਨਗਰ ਗਏ ਗੁਰ ਅੰਤਰ ਜਾਮੀ। ਮਹਿਮਾ ਪ੍ਰਕਾਸ਼ ਦੇ ਕਰਤਾ ਲਿਖਦੇ ਨੇ ਸਤਿਗੁਰੂ ਮਹਾਰਾਜ ਨਗਰ ਦੇ ਵਿੱਚ ਨਹੀਂ ਜਾਂਦੇ, ਤਹਾਂ ਪੂਜਾ ਇਕੱਤਰ ਕਰਨ ਸਿੱਖ ਲਾਗੇ। ਮਹਾਰਾਜ ਜੀ ਨੂੰ ਇਸ ਗੱਲ ਦੀ ਖਬਰ ਹੈ ਕਿ ਸਿੱਖ ਜਿਹੜੇ ਨੇ ਤਹਾਂ ਪੂਜਾ ਇਕੱਤਰ ਕਰਨ ਸਿੱਖ ਲਾਗੇ। ਉਹ ਪੂਜਾ ਇਕੱਠੀ ਕਰਦੇ ਨੇ, ਪੂਜਾ ਦਾ ਧਨ ਇਕੱਠਾ ਕੀਤਾ, ਨਹੀਂ ਪਹੁੰਚੇ ਤੁਰਤ ਮਾਇਆ ਰਸ ਪਾਗੇ। ਮਹਾਰਾਜ ਫਿਰ ਉਸ ਨਗਰ ਦੇ ਵਿੱਚ ਨਹੀਂ ਗਏ, ਤੁਰਤ ਮਾਇਆ ਰਸ ਪਾਗੇ। ਮਹਾਰਾਜ ਉੱਥੋਂ ਸਤਿਗੁਰੂ ਮਹਾਰਾਜ ਚੱਲਣਾ ਸ਼ੁਰੂ ਕੀਤਾ, ਤੁਰ ਪਏ ਨੇ। ਮਹਾਰਾਜ ਨੇ ਦੇਖਿਆ ਕਿ ਨਹੀਂ ਇਹ ਮਾਇਆ ਦੇ ਰਸ ਦੇ ਵਿੱਚ ਫਸਦੇ ਪਏ ਨੇ, ਸੰਗਤ ਦਾ ਧਨ ਹੈ ਤੇ ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਇਹ ਖਰਚ ਜਿਹੜਾ ਹੈ ਇਹ ਸੰਗਤ ਵਾਸਤੇ ਹੀ ਹੋ ਜਾਏ ਤੇ ਠੀਕ ਹੈ। ਮਹਾਰਾਜ ਮਾਲਦਾ ਜਾਂਦੇ ਨੇ। ਮਾਲਦਾ ਜਿਹੜਾ ਹੈ ਇਹ ਉਹ ਇਲਾਕਾ ਹੈ ਜਿੱਥੇ ਹੀਰਿਆਂ ਦਾ ਵਪਾਰ ਹੁੰਦਾ ਸੀ। ਹੀਰੇ ਜਵਾਹਰਾਤ ਦੀਆਂ ਮੰਡੀਆਂ ਇਸ ਇਲਾਕੇ ਦੇ ਵਿੱਚ ਸਨ ਉਸ ਵੇਲੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਉਣਾ ਸੁਣ ਕਰਕੇ ਬਹੁਤ ਸਾਰੇ ਸਿੱਖ ਵਪਾਰੀ ਜਿਹੜੇ ਸਨ, ਮਾਲਦਾ ਦੇ ਰਹਿਣ ਵਾਲੇ, ਉਹ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਏ। ਮਹਾਰਾਜ ਨੂੰ ਹੀਰੇ ਜਵਾਹਰ ਭੇਟ ਕਰਦੇ ਨੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਇਸ ਤੋਂ ਅੱਗੇ ਫਿਰ ਮਕਸੂਦਪੁਰਾ ਜਿਹੜਾ ਨਗਰ ਹੈ ਉੱਥੇ ਜਾਂਦੇ ਨੇ। ਮਕਸੂਦਪੁਰੇ ਦੇ ਵਿੱਚ ਸਤਿਗੁਰੂ ਮਹਾਰਾਜ ਜੀ 5 ਦਿਨ ਵਾਸਤੇ ਟਿਕੇ। ਇੱਥੇ ਮਕਸੂਦਪੁਰੇ ਦੇ
ਕੋਲ ਹੀ ਇੱਕ ਪੰਡੂਏ ਗਾਂਵ ਹੈ। ਪੰਡੂਆ ਗਾਂਵ ਦੇ ਲੋਕ ਜਿਹੜੇ ਸਨ ਉਹ ਕੋਈ ਮਖਦੂਮ ਸੀ, ਉਹਦੀ ਕਬਰ ਬਣੀ ਹੈ ਤੇ ਉਹਦੀ ਪੂਜਾ ਕਰਦੇ ਸੀ। ਤੇ ਸਿੱਖ ਜਿਹੜੇ ਸਨ ਉਹਨਾਂ ਨੇ ਕੀ ਕਰਨਾ ਕਿ ਜਦੋਂ ਮਖਤੂਮ ਦਾ ਮੇਲਾ ਹੋਣਾ, ਸਿੱਖਾਂ ਨੇ ਵੀ ਉਹ ਮੇਲਾ ਦੇਖਣ ਵਾਸਤੇ ਚਲੇ ਜਾਣਾ। ਜਦ ਕਿ ਸਤਿਗੁਰੂ ਮਹਾਰਾਜ ਜੀ ਦਾ ਹੁਕਮ ਹੈ ਕਿ ਸਿੱਖ ਨੇ ਨਾ ਤਾਂ ਕਬਰਾਂ ਨੂੰ ਪੂਜਣਾ ਹੈ, ਨਾ ਮੜੀਆਂ ਨੂੰ ਪੂਜਣਾ ਹੈ। ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਨ ਨਾ ਜਾਏ। ਸੋ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦਾ ਹੁਕਮ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਹੀ ਕਿ ਕਬਰਾਂ ਦੀ ਪੂਜਾ ਨਹੀਂ ਕਰਨੀ, ਮੜੀਆਂ 'ਤੇ ਨਹੀਂ ਜਾਣਾ। ਜਦੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਪਤਾ ਲੱਗਿਆ ਕਿ ਕੇਵਲ ਸ਼ੌਂਕ ਵਜੋਂ ਹੀ ਜਾਂ ਮੇਲਾ ਦੇਖਣ ਵਾਸਤੇ ਹੀ ਕੁਝ ਸਿੱਖ ਜਿਹੜੇ ਨੇ ਉਹ ਵੀ ਮਖਦੂਮ ਦੀ ਕਬਰ ਦੇ ਮੇਲੇ 'ਤੇ ਜਾਂਦੇ ਨੇ। ਅੱਜ ਵੀ ਕਈ ਵਾਰੀ ਇਸ ਤਰ੍ਹਾਂ ਹੀ ਹੁੰਦਾ ਹੈ ਕਿ ਬਹੁਤ ਸਾਰੇ ਕਹਿਣ ਨੂੰ ਤਾਂ ਉਹ ਸਿੱਖ ਹੁੰਦੇ ਨੇ, ਪਰ ਉਹ ਸਿੱਖੀ ਦਾ ਲਿਬਾਸ ਧਾਰਨ ਕਰਕੇ ਕਬਰਾਂ 'ਤੇ ਮੜੀ ਮਸਾਨਾਂ ਦੇ ਮੇਲਿਆਂ ਦੇ ਉੱਤੇ ਉਹ ਵੀ ਤੁਰੇ ਫਿਰਨਗੇ। ਅਤੇ ਉਹਨਾਂ ਦਾ ਕੰਮ ਵੀ ਇਵੇਂ ਦਾ ਹੀ ਹੁੰਦਾ ਹੈ ਕਿ ਕਦੀ ਉਹ ਗੁਰਦੁਆਰੇ ਵੀ ਆ ਜਾਂਦੇ ਨੇ, ਵੀਰਵਾਰ ਮੰਦਰ ਵੀ ਚਲੇ ਜਾਂਦੇ ਨੇ, ਵੀਰਵਾਰ ਪੀਰ ਦੀ ਕਬਰ 'ਤੇ ਗਏ, ਸ਼ਨੀਵਾਰ ਮੰਦਰ ਨੂੰ ਵੀ ਦਾਨ ਦੇ ਆਏ। ਪਰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਬਿਲਕੁਲ ਸਪਸ਼ਟ ਕੀਤਾ, ਆਪ ਸੰਗਤ ਜਿਹੜੀ ਪੰਥ ਦੀ ਪ੍ਰਵਾਨਿਤ ਰਹਿਤ ਮਰਿਆਦਾ ਜੋ ਪੰਥ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਉਹਦੇ ਵਿੱਚ ਅੰਕਿਤ ਕੀਤਾ ਹੈ ਕਿ ਸਿੱਖ ਉਹਨੂੰ ਆਖਦੇ ਨੇ, ਪਰਿਭਾਸ਼ਾ ਸਿੱਖ ਦੀ ਉਹਨਾਂ ਨੇ ਦਿੱਤੀ ਕਿ ਜਿਹੜਾ 10 ਗੁਰੂ ਸਾਹਿਬਾਨਾਂ ਤੋਂ ਇਲਾਵਾ ਕਿਸੇ ਹੋਰ ਦੇ ਅੱਗੇ ਸਿਰ ਨਹੀਂ ਝੁਕਾਉਂਦਾ, ਮੜੀ ਮਸਾਨ ਕਬਰਾਂ ਨੂੰ ਆਪਣਾ ਇਸ਼ਟ ਨਹੀਂ ਮੰਨਦਾ, ਕੇਵਲ ਪਰਮਾਤਮਾ ਨੂੰ ਇਸ਼ਟ ਕਰਕੇ ਜਾਣਦਾ ਹੈ, ਗੁਰੂ ਕੀ ਬਾਣੀ ਨੂੰ ਇਸ਼ਟ ਮੰਨਦਾ ਹੈ, 10 ਗੁਰੂ ਸਾਹਿਬਾਨ ਨੂੰ ਇਸ਼ਟ ਜੋਤ ਕਰਕੇ ਜਾਣਦਾ ਹੈ। ਸਤਿਗੁਰੂ ਮਹਾਰਾਜ ਜੀ ਨੇ ਜਦੋਂ ਫਿਰ ਇੱਥੇ ਪੰਡੂਏ ਗਾਮ ਦੇ ਵਿੱਚ ਦੇਖਿਆ, ਸਿੱਖਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਸਮਝਾਇਆ ਅਤੇ ਸਿੱਖਾਂ ਨੇ ਜਿਹੜੀ ਸੀ ਉਹ ਤੌਬਾ ਕਰਨੀ ਕੀਤੀ। ਇੱਥੇ ਇੱਕ ਹਲਵਾਈ ਸਿੱਖ ਸੀ ਜਿਹਨੇ ਸਤਿਗੁਰੂ ਮਹਾਰਾਜ ਅਤੇ ਜਿਤਨੀ ਸੰਗਤ ਮਹਾਰਾਜ ਜੀ ਦੇ ਨਾਲ ਸੀ, ਕਿਉਂਕਿ ਸਤਿਗੁਰੂ ਮਹਾਰਾਜ ਕੁਝ ਕੁ ਸਿੱਖ ਲੈ ਕਰਕੇ, ਕੁਝ ਕੀਰਤਨੀਏ ਲੈ ਕਰਕੇ ਮਹਾਰਾਜ ਜੀ ਨੇ ਪਟਨਾ ਸਾਹਿਬ ਤੋਂ ਜਿਹੜੀ ਇਹ ਅਸਾਮ ਦੀ ਯਾਤਰਾ ਸਤਿਗੁਰੂ ਮਹਾਰਾਜ ਪ੍ਰਾਰੰਭ ਕਰਦੇ ਨੇ। ਪਰ ਜਿਵੇਂ ਜਿਵੇਂ ਸਤਿਗੁਰੂ ਮਹਾਰਾਜ ਜੀ ਅੱਗੇ ਤੁਰਦੇ ਗਏ, ਸਤਿਗੁਰੂ ਮਹਾਰਾਜ ਜੀ ਦੇ ਨਾਲ ਬਹੁਤ ਸਾਰੀ ਸੰਗਤ ਜੁੜਦੀ ਗਈ, ਨਾਲ ਨਾਲ ਸੰਗਤ ਨੇ ਜਾਣਾ ਔਰ ਬਹੁਤ ਸਾਰੀ ਸੰਗਤ ਦਾ ਬਹੁਤ ਵੱਡਾ ਇਕੱਠ ਹੋਣਾ ਜਿੱਥੇ ਸਤਿਗੁਰੂ ਮਹਾਰਾਜ ਜੀ ਨੇ ਪਹੁੰਚ ਜਾਣਾ। ਇੱਕ ਇਸ ਨਗਰ ਦਾ ਪਾਂਡਵ ਗਾਮ ਦਾ ਜਿਹੜਾ ਸੀ, ਪੰਡੂਏ ਗਾਮ ਦਾ ਰਹਿਣ ਵਾਲਾ ਸਿੱਖ ਸੀ ਅਤੇ ਉਹ ਹਲਵਾਈ ਸੀ। ਕਿਰਤ ਕਰਕੇ ਉਹ ਹਲਵਾਈ ਦਾ ਉਹਨੇ ਕੰਮ ਕਰਨਾ। ਉਹਨੇ ਫਿਰ ਉੱਥੇ ਜਦੋਂ ਸੰਗਤ ਪਹੁੰਚਦੀ ਹੈ, ਗੁਰੂ ਤੇਗ ਬਹਾਦਰ ਮਹਾਰਾਜ ਪਹੁੰਚਦੇ ਨੇ, ਇਹਨੇ ਸਾਰੀ ਸੰਗਤ ਦੀ ਬਹੁਤ ਸੇਵਾ ਕੀਤੀ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਫਿਰ ਇਸ ਤੋਂ ਅੱਗੇ ਮਹਾਰਾਜ ਢਾਕੇ ਜਾਂਦੇ ਨੇ। ਢਾਕੇ ਦੀ ਧਰਤੀ 'ਤੇ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਵੀ ਸੰਗਤ ਕਾਇਮ ਕੀਤੀ। ਮਹਾਰਾਜ ਪਹਿਲੀ ਉਦਾਸੀ ਦੇ ਸਮੇਂ ਢਾਕੇ ਜਾਂਦੇ ਆ। ਢਾਕੇ ਦੇ ਵਿੱਚ ਹੀ ਨੂਰ ਸ਼ਾਹ ਜਾਂ ਨੂਰ ਨਿਸਾ ਕਰਕੇ ਇਹਦੇ ਨਾਮ ਆਉਂਦੇ ਨੇ ਇਤਿਹਾਸ ਦੇ ਵਿੱਚ। ਇੱਕ ਨੂਰ ਨਿਸਾ ਕਰਕੇ ਕਿਹਾ ਜਾਂਦਾ ਅਤੇ ਇੱਕ ਨੂਰ ਸ਼ਾਹ ਕਰਕੇ ਕਿਹਾ ਜਾਂਦਾ ਹੈ। ਇਹ ਜਾਦੂਗਰਨੀ ਸੀ ਜਿਸ ਵੇਲੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਢਾਕੇ ਦੇ ਕੋਲ ਪਹੁੰਚੇ ਅਤੇ ਮਹਾਰਾਜ ਨੇ ਬਾਹਰ ਵਾਲੇ ਪਾਸੇ ਜਿਹੜਾ ਸੀ ਉਹ ਪੜਾਅ ਕਰਨਾ ਕੀਤਾ। ਮਰਦਾਨੇ ਨੇ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਕਈ ਦਿਨ ਹੋ ਗਏ ਨੇ ਪ੍ਰਸ਼ਾਦਾ ਨਹੀਂ ਛਕਿਆ। ਸਤਿਗੁਰੂ ਮਹਾਰਾਜ ਪਾਤਸ਼ਾਹ ਆਪ ਜੀ ਤਾਂ ਨਾਮ ਧਨ ਦੇ ਨਾਲ ਹੀ, ਨਾਮ ਰੂਪੀ ਭੋਜਨ ਦੇ ਨਾਲ, ਕੀਰਤਨ ਦੇ ਨਾਲ ਹੀ ਆਪ ਦੀ ਤ੍ਰਿਪਤੀ ਹੋ ਜਾਂਦੀ ਹੈ। ਸਤਿਗੁਰੂ ਮਹਾਰਾਜ ਮੈਨੂੰ ਤੇ ਭੁੱਖ ਲੱਗਦੀ, ਆਪ ਕਿਰਪਾ ਕਰੋ ਮੈਂ ਪ੍ਰਸ਼ਾਦਾ ਛਕਾਵਾਂ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਰੋਕਿਆ ਭਾਈ ਮਰਦਾਨਾ, ਕਹਿੰਦਾ ਨਹੀਂ ਸਤਿਗੁਰੂ ਮਹਾਰਾਜ ਹੁਣ ਭੁੱਖ ਬਰਦਾਸ਼ਤ ਨਹੀਂ ਹੁੰਦੀ। ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਵਿਦਾ ਹੋ ਕਰਕੇ ਜਦੋਂ ਭਾਈ ਮਰਦਾਨਾ ਢਾਕੇ ਦੇ ਅੰਦਰ ਨਗਰ ਦੇ ਵਿੱਚ ਪਹੁੰਚਿਆ, ਇਹ ਇਸ ਇਲਾਕੇ ਨੂੰ ਦੇਖ ਕੇ ਹੈਰਾਨ ਹੋ ਗਿਆ ਕਿ ਇਸ ਇਲਾਕੇ ਦੇ ਵਿੱਚ ਤਨ ਕਰਕੇ ਸੁੰਦਰਤਾ ਬਹੁਤ ਹੈ। ਲੋਕਾਂ ਨੇ ਘਰ-ਬਾਰ ਬਹੁਤ ਸਜਾਏ। ਜਿਸ ਬੂਹੇ ਦੇ ਅੱਗੇ ਜਾ ਕੇ ਖਲੋਤਾ ਉਹ ਇਵੇਂ ਪ੍ਰਤੀਤ ਹੋਇਆ ਜਿਵੇਂ ਸਵਰਗ ਹੁੰਦਾ ਹੈ। ਫਿਰ ਮਰਦਾਨੇ ਨੂੰ
ਉਹਦੇ ਵਿੱਚ ਕੁਝ ਅਜੀਬ ਜਿਹੇ ਕੌਤਕ ਭਾਈ ਸਾਹਿਬ ਜੀ, ਭਾਈ ਮਰਦਾਨਾ ਸਾਹਿਬ ਜੀ ਨੂੰ ਦਿਸਣੇ ਸ਼ੁਰੂ ਹੋਏ। ਕਹਿੰਦੇ ਨੇ ਗਸ਼ ਖਰਕੇ ਥੱਲੇ ਵੀ ਡਿੱਗੇ। ਜਦੋਂ ਹੋਸ਼ ਆਈ ਤਾਂ ਇੱਕ ਬਹੁਤ ਸੁੰਦਰ ਇਸਤਰੀ ਜਿੰਦਾ ਨਾਮ ਨੂਰ ਨਿਸਾ ਤੋਂ ਭਾਵ ਹੁੰਦਾ ਨਿਸ਼ਾ, ਕਹਿੰਦੇ ਨੇ ਇਸਤਰੀਆਂ। ਨਿਸ਼ਾ ਦੇ ਅਰਥ ਭਾਈ ਕਾਨ ਸਿੰਘ ਨਾਭਾ ਨੇ ਕੀਤੇ ਹੈ ਇਸਤਰੀਆਂ, ਬਹੁਤ ਸਾਰੀਆਂ, ਬਹੁ ਗਿਣਤੀ, ਬਹੁਵਚਨ। ਤੇ ਨੂਰ ਤੋਂ ਭਾਵ ਹੈ ਸੁੰਦਰਤਾ। ਸੁੰਦਰ ਇਸਤਰੀਆਂ ਦੇ ਵਿੱਚੋਂ ਜਿਹੜੀ ਬਹੁਤ ਸੁੰਦਰ ਇਸਤਰੀ ਹੈ, ਜਿਹੜੀ ਉਹਨਾਂ ਦੀ ਸਰਦਾਰ ਹੈ, ਉਹਨਾਂ ਦੀ ਜਿਹੜੀ ਆਗੂ ਹੈ, ਉਹਦਾ ਨਾਂ ਸੀ ਨੂਰ ਨਿਸਾ। ਉਹ ਇੱਕ ਥਾਲੀ ਦੇ ਵਿੱਚ ਬਹੁਤ ਸੋਹਣਾ, ਬਹੁਤ ਸਵਾਦਿਸ਼ਟ ਭੋਜਨ ਜਿਹੜਾ ਸੀ ਉਹ ਪਰੋਸ ਕੇ ਲੈ ਕਰਕੇ ਆਏ। ਜਦੋਂ ਸਾਹਮਣੇ ਭਾਈ ਮਰਦਾਨਾ ਜੀ ਦੇ ਲਿਆ ਕਰਕੇ ਥਾਲੀ ਉਹਨਾਂ ਨੇ ਰੱਖਣੀ ਕੀਤੀ, ਭਾਈ ਮਰਦਾਨਾ ਜੀ ਨੂੰ ਭੁੱਖ ਲੱਗੀ ਸੀ, ਕਈ ਦਿਨਾਂ ਤੋਂ ਪ੍ਰਸ਼ਾਦਾ ਨਹੀਂ ਛਕਿਆ। ਭਾਈ ਮਰਦਾਨਾ ਸਾਹਿਬ ਜੀ ਨੇ ਪ੍ਰਸ਼ਾਦਾ ਜਿਸ ਵੇਲੇ ਛਕਿਆ, ਪ੍ਰਸ਼ਾਦਾ ਛਕਦਿਆਂ ਹੀ ਉਹ ਅਸਲ 'ਚ ਹੈ ਜਾਦੂਗਰਨੀਆਂ ਸੀ। ਜਾਦੂ ਦਾ ਅਸਰ ਕਰਕੇ ਭਾਈ ਮਰਦਾਨੇ ਦੇ ਗਲੇ ਦੇ ਵਿੱਚ ਇੱਕ ਤਵੀਤ ਬੰਨ੍ਹ ਦਿੱਤਾ, ਜਿਹਦੇ ਕਰਕੇ ਭਾਈ ਮਰਦਾਨਾ ਜਿਹੜੇ ਸਨ ਉਸ ਵੇਲੇ ਉਹਨਾਂ ਨੂੰ ਹੋਰ ਰੂਪ ਜਿਹੜਾ ਸੀ ਉਹ ਧਾਰਨ ਹੋ ਗਿਆ, ਉਹ ਇਨਸਾਨੀ ਰੂਪ ਦੇ ਵਿੱਚ ਨਾ ਰਹੇ। ਕਈ ਵਿਦਵਾਨ ਤੇ ਕਹਿੰਦੇ ਨੇ ਕਿ ਉਹਨਾਂ ਨੂੰ ਭੇਡੂ ਬਣਾ ਕਰਕੇ ਤੇ ਆਪਣੇ ਬੂਹੇ ਦੇ ਅੱਗੇ ਬੰਨ੍ਹ ਲਿਆ। ਔਰ ਇਹ ਇਕੱਲਾ ਭਾਈ ਮਰਦਾਨਿਆਂ ਜੀ ਦੇ ਨਾਲ ਨਹੀਂ ਸੀ ਹੋਇਆ, ਬਹੁਤ ਸਾਰੇ ਲੋਕ ਜਿਨ੍ਹਾਂ ਨੇ ਵੀ ਆਉਣਾ ਉਹਨਾਂ ਦੇ ਨਾਲ ਇਸ ਤਰੀਕੇ ਦੇ ਮਜ਼ਾਕ ਹੀ ਹੋਣੇ, ਉਹਨਾਂ ਨੂੰ ਇਸ ਤਰੀਕੇ ਦੇ ਨਾਲ ਨੂਰ ਨਿਸ਼ਾ ਤੇ ਇਹਦੀਆਂ ਸਾਥਣ ਜਾਦੂਗਰਨੀਆਂ ਜਿਹੜੀਆਂ ਸਨ ਉਹਨਾਂ ਨੇ ਇਵੇਂ ਹੀ ਕਰਨਾ। ਪਰ ਸਤਿਗੁਰੂ ਮਹਾਰਾਜ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਉਹ ਇਸੇ ਕਰਕੇ ਹੀ ਜੀਵਨ ਦੇ ਵਿੱਚ ਉਹਨਾਂ ਨੇ ਯਾਤਰਾ ਉਦਾਸੀਆਂ ਪ੍ਰਾਰੰਭ ਕੀਤੀਆਂ ਸਨ ਕਿ ਜਿਹੜੇ ਲੋਕ ਭੁੱਲੇ ਭਟਕੇ ਹਨ, ਕੇਵਲ ਥੋੜ੍ਹੀ ਬਹੁਤ ਤਾਕਤ ਮਿਲ ਜਾਣੀ, ਥੋੜ੍ਹੀ ਬਹੁਤ ਸਿੱਧੀ ਮਿਲ ਜਾਣੀ ਤੇ ਉਹਦੇ ਕਰਕੇ ਸਮਝ ਲੈਣਾ ਕਿ ਸ਼ਾਇਦ ਜੀਵਨ ਦਾ ਮਨੋਰਥ ਇਹੀ, ਇਸ ਤੋਂ ਅੱਗੇ ਜੀਵਨ ਨਹੀਂ ਹੈ, ਸਿੱਧੀਆਂ ਕਰਾਮਾਤਾਂ ਹੀ ਜੀਵਨ ਹਨ। ਸਤਿਗੁਰ ਮਹਾਰਾਜ ਉਧਾਰ ਕਰਨ ਵਾਸਤੇ ਭਾਵੇਂ ਚਲੋ ਭਾਈ ਮਰਦਾਨਾ ਸਾਹਿਬ ਜੀ ਦੇ ਨਾਲ ਬਹੁਤ ਐਸੀਆਂ ਸਾਖੀਆਂ ਜੋੜ ਦਿੰਦੇ ਆ ਕਿ ਉਹਨਾਂ ਨੂੰ ਭੁੱਖ ਲੱਗਦੀ, ਉਹ ਰੁੱਸ ਪੈਂਦੇ। ਭਾਈ ਵੀਰ ਸਿੰਘ ਹੁਣੀ ਲਿਖਦੇ ਨੇ, ਭਾਈ ਮਰਦਾਨਾ ਕਹਿੰਦੇ ਨੇ ਕਿਸੇ ਨੇ ਪੁੱਛਿਆ ਬਾਰ-ਬਾਰ ਰੁੱਸਦੇ ਕਿਉਂ ਨੇ, ਤੇ ਕਹਿੰਦੇ ਮੈਂ ਇਹੀ ਕਿਹਾ ਸੀ ਕਿ ਉਹ ਤਾਂ ਰੁੱਸਦੇ ਨੇ ਕਿਉਂਕਿ ਉਹਨੂੰ ਪਤਾ ਹੈ ਮਨਾਉਣ ਵਾਲਾ ਮੇਰੇ ਨਾਲ ਹੈ। ਜਿੱਥੇ ਮਨਾਉਣ ਵਾਲਾ ਹੋਵੇ ਉੱਥੇ ਹੀ ਰੁੱਸਣਾ ਹੁੰਦਾ ਹੈ। ਭਾਈ ਮਰਦਾਨਾ ਸਾਹਿਬ ਜੀ ਬਿਲਕੁਲ ਆਪਣੇ ਆਪ ਨੂੰ ਮੁਸੀਬਤ ਦੇ ਵਿੱਚ ਪਾ ਲੈਂਦੇ ਨੇ, ਭਾਵੇਂ ਉਹ ਹਰਿਦੁਆਰ ਦੇ ਕੰਢੇ 'ਤੇ ਵੈਸ਼ਨਵ ਸਾਧ ਸੀ ਜਿਹੜਾ ਬਲਦੀ ਹੋਈ ਲੱਕੜ ਲੈ ਕੇ ਭਾਈ ਮਰਦਾਨੇ ਦੇ ਪਿੱਛੇ ਦੌੜਿਆ ਸੀ। ਸਤਿਗੁਰੂ ਮਹਾਰਾਜ ਜੀ ਦੇ ਕੋਲ ਭਾਈ ਮਰਦਾਨਾ ਪਹੁੰਚਿਆ ਤੇ ਉਹਨੇ ਕਿਹਾ ਸੀ ਕਿ ਇਹਨੇ ਮੇਰਾ ਚੌਂਕਾ ਭ੍ਰਿਸ਼ਟ ਕਰ ਦਿੱਤਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਵੈਸ਼ਨਵ ਸਾਧ ਨੂੰ ਇਹੀ ਗੱਲ ਆਖੀ ਸੀ ਕਿ ਹਰਿਦੁਆਰ 'ਤੇ ਤੁਸੀਂ ਰਹਿੰਦੇ ਹੋ। ਹਰਿਦੁਆਰ ਤੋਂ ਭਾਵ ਜਿੱਥੇ ਹਰੀ ਦਾ ਦਰਵਾਜ਼ਾ ਹੈ, ਤੇ ਜੇਕਰ ਇੰਨੇ ਕਰੋਧੀ ਹਰੀ ਦੇ ਦਰਵਾਜ਼ੇ 'ਤੇ ਰਹਿੰਦੇ ਨੇ ਤੇ ਹਰੀ ਦੇ ਘਰ ਦੇ ਵਿੱਚ ਕੀ ਹਾਲ ਹੋਵੇਗਾ। ਮਹਾਰਾਜ ਜੀ ਨੇ ਦੱਸਿਆ ਕਿ ਚੌਂਕਾ ਅਸਲ ਦੇ ਵਿੱਚ ਕਿਸੇ ਉੱਚੇ ਤੇ ਨੀਵੀਂ ਜਾਤ ਵਾਲੇ ਕਰਕੇ ਨਹੀਂ ਪਿੱਟਿਆ ਜਾਂਦਾ। ਮਹਾਰਾਜ ਕਹਿੰਦੇ ਨੇ ਅੰਦਰ ਬਹੁਤ ਸਾਰੇ ਐਸੀਆਂ ਚੰਡਾਲ ਬੈਠੀਆਂ, ਬਿਰਤੀਆਂ ਬੈਠੀਆਂ ਨੇ ਜਿਨ੍ਹਾਂ ਕਰਕੇ ਜੀਵ ਪਿੱਟਿਆ ਪਿਆ ਹੈ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਜਿਵੇਂ ਇਸ਼ਾਰਾ ਹੀ ਹੁੰਦਾ ਸੀ ਕਿ ਭਾਈ ਮਰਦਾਨਾ ਸਾਹਿਬ ਜਦੋਂ ਨੂਰ ਨਿਸ਼ਾਨ ਦੇ ਜਾਲ ਦੇ ਵਿੱਚ ਫਸਦੇ ਆ, ਫਿਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਗਏ ਨੂਰ ਨਿਸ਼ਾਨ ਤੇ ਹੋਰ ਜਿਹੜੀਆਂ ਇਹਦੀਆਂ ਸਾਥੂ ਜਾਂ ਸਾਥੀ ਜਾਦੂਗਰਨੀਆਂ ਸੀ, ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਕਿ ਗੁਰੂ ਨਾਨਕ ਦੇਵ ਮਹਾਰਾਜ, ਕਿਉਂਕਿ ਸਤਿਗੁਰੂ ਮਹਾਰਾਜ ਜੀ ਦਾ ਨੂਰ ਜਿਹੜਾ ਸੀ, ਉਹਨਾਂ ਦੀ ਆਭਾ, ਉਹਨਾਂ ਦੇ ਜਿਹੜਾ ਮੁੱਖ ਮੰਡਲ ਸੀ, ਉਹਨੂੰ ਦੇਖ ਕੇ ਲੋਕ ਵੈਸੇ ਪ੍ਰਭਾਵਿਤ ਹੋ ਜਾਣਾ। ਮਹਾਰਾਜ ਜੀ ਦੇ ਚਿਹਰੇ ਦਾ ਪ੍ਰਭਾਵ ਐਸਾ, ਰੱਬੀ ਜੋਤ ਸਨ ਸਤਿਗੁਰੂ ਮਹਾਰਾਜ ਜੀ। ਪਰ ਉਹਨਾਂ ਨੇ ਸੋਚਿਆ ਕਿ ਖੂਬਸੂਰਤੀ ਬਹੁਤ ਹੈ ਇਹਨਾਂ ਦੇ ਚਿਹਰੇ 'ਤੇ, ਕਿਉਂ ਨਾ ਇਹਨਾਂ ਨੂੰ ਵੀ ਕੋਈ ਜਾਨਵਰ ਬਣਾ ਕਰਕੇ ਤੇ ਆਪਣੇ ਬੂਹੇ ਦੇ ਉੱਤੇ ਬੰਨ੍ਹ ਲਿਆ ਜਾਏ। ਇਹ ਨਹੀਂ ਸੀ ਪਤਾ ਕਿ ਗੁਰੂ ਨਾਨਕ ਦੇਵ ਮਹਾਰਾਜ ਤਾਂ ਜਾਨਵਰਾਂ ਨੂੰ ਬੰਦੇ ਬਣਾਉਣ ਵਾਸਤੇ ਆਏ ਨੇ। ਗੁਰੂ ਨਾਨਕ ਦੇਵ ਮਹਾਰਾਜ ਤਾਂ ਬੰਦਿਆਂ ਨੂੰ ਦੇਵਤੇ ਬਣਾਉਣ ਵਾਸਤੇ ਆਏ ਨੇ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਬਾਰ। ਮਹਾਰਾਜ ਕਹਿੰਦੇ ਨੇ ਅਸਲ 'ਚ ਇਨਸਾਨ ਪਸ਼ੂ ਬਿਰਤੀ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਅੰਤਰ ਭੇਖ ਬਾਹਰ, ਅੰਤਰ ਭੇਖ ਬਣਾ ਕਰਕੇ ਬੈਠਾ ਹੈ। ਅੰਤਰ ਮਲ ਮਾਇਆ ਸ਼ਬਸ ਨਾਹੀ ਕਿਛ ਕਰੇ ਛਪਾਇਆ, ਬਾਹਰ ਭੇਖ ਅੰਤਰ ਮਲ ਮਾਇਆ ਸ਼ਬਸ ਨਾਹੀ ਕਛ ਕਰੇ ਛਪਾਇਆ।
ਸਤਿਗੁਰ ਮਹਾਰਾਜ ਕਹਿੰਦੇ ਨੇ ਇਹ ਅੰਦਰ ਜੀਵਾਂ ਦੀਆਂ ਬਿਰਤੀਆਂ ਹੈ। ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਦਰ ਫੁਰਮਾਨ। ਗੁਰੂ ਨਾਨਕ ਤੇ ਮਹਾਰਾਜ ਤਾਂ ਮਨੁੱਖਤਾ ਨੂੰ ਪਸ਼ੂਆਂ ਤੋਂ ਕੱਢ ਕੇ ਇਨਸਾਨ ਤੇ ਇਨਸਾਨਾਂ ਨੂੰ ਚੁੱਕ ਕੇ ਦੇਵਤੇ ਬਣਾਉਣ ਵਾਸਤੇ ਆਏ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਤੇ ਬਹੁਤ ਸਾਰੇ ਯਤਨ ਕੀਤੇ, ਨੂਰ ਸ਼ਾਹ ਜਾਦੂਗਰਨੀ ਨੇ, ਪਰ ਇੱਕ ਵੀ ਨਾ ਚੱਲਿਆ। ਹਾਰ ਕਰਕੇ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਤੇ ਡਿੱਗੀਆਂ, ਖਿਮਾ ਦਾਨ ਸਤਿਗੁਰ ਮਹਾਰਾਜ ਜੀ ਤੋਂ ਮੰਗਿਆ। ਸੋ ਸਤਿਗੁਰ ਮਹਾਰਾਜ ਗੁਰੂ ਤੇਗ ਬਹਾਦਰ ਜੀ ਦੇ ਆਉਣ ਤੋਂ ਪਹਿਲਾਂ ਇਸ ਅਸਥਾਨ ਤੇ ਗੁਰੂ ਨਾਨਕ ਦੇਵ ਮਹਾਰਾਜ ਵੀ ਟਾਕੇ ਪਹੁੰਚੇ ਤੇ ਉਹਨਾਂ ਨੇ ਸੰਗਤ ਕਾਇਮ ਕੀਤੀ ਸੀ। ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਨੇ ਜਿਸ ਵੇਲੇ 22 ਮੰਜੀਆਂ ਥਾਪੀਆਂ, ਉਹਨਾਂ 22 ਮੰਜੀਆਂ ਦੇ ਵਿੱਚ ਇੱਕ ਟਾਕੇ ਦੇ ਵਿੱਚ ਵੀ ਸਤਿਗੁਰੂ ਮਹਾਰਾਜ ਨੇ ਪ੍ਰਚਾਰਕ ਕੇਂਦਰ, ਕਿਉਂਕਿ ਮੰਜੀਆਂ ਤੋਂ ਭਾਵ ਸੀ ਕਿ ਪ੍ਰਚਾਰਕ ਕੇਂਦਰ ਥਾਪਨੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕ ਪ੍ਰਚਾਰਕ ਕੇਂਦਰ ਜਿਹੜਾ ਸੀ ਉਹ ਟਾਕੇ ਦੀ ਧਰਤੀ ਤੇ ਥਾਪਨਾ ਕੀਤਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੇਲੇ ਭਾਈ ਅਲਮਸਤ ਜੀ ਹੋਏ। ਭਾਈ ਅਲਮਸਤ ਜੀ ਜਦੋਂ ਇੱਥੇ ਜਹਾਂਗੀਰਬਾਦ, ਟਾਕੇ ਦਾ ਪਹਿਲਾ ਨਾਮ ਹੈ ਜਹਾਂਗੀਰਬਾਦ, ਇੱਥੇ ਇਸ ਨਗਰ ਦੇ ਵਿੱਚ ਆਏ ਸਨ ਤੇ ਉਹਨਾਂ ਨੇ ਉਸ ਵੇਲੇ ਇੱਥੇ ਇੱਕ ਕੇਂਦਰ ਥਾਪਿਆ ਪ੍ਰਚਾਰ ਦਾ। ਤੇ ਪ੍ਰਚਾਰ ਦੇ ਕੇਂਦਰ ਦਾ ਜਿਹੜਾ ਮੁੱਖ ਪ੍ਰਚਾਰਕ ਸੀ ਉਹ ਸੀ ਭਾਈ ਨੱਥਾ ਜੀ। ਭਾਈ ਨੱਥਾ ਜੀ ਨੂੰ ਪ੍ਰਚਾਰਕ ਥਾਪਿਆ, ਉਹਨਾਂ ਨੇ ਪ੍ਰਚਾਰ ਦੀ ਸੇਵਾ ਸੰਭਾਲੀ। ਇਸ ਇਲਾਕੇ ਦੇ ਵਿੱਚ ਜਿਹੜੀ ਮਸੰਦ ਦੀ ਸੇਵਾ ਸੀ ਉਹ ਭਾਈ ਬੁਲਾਕੀ ਦਾਸ ਕਰਦੇ ਸਨ। ਬੜੀ ਪਿਆਰ ਦੇ ਵਿੱਚ ਭਿੱਜੀ ਹੋਈ ਆਤਮਾ ਸਨ ਭਾਈ ਬੁਲਾਕੀ ਦਾਸ, ਤੇ ਉਹਨਾਂ ਦੀ ਮਾਂ ਜਿਹੜੀ ਸੀ ਉਹਨੇ ਸੰਗਤ ਦੇ ਵਿੱਚ ਬੈਠਣਾ। ਭਾਈ ਬੁਲਾਕੀ ਦਾਸ ਜੀ ਨੇ ਸੰਗਤ ਵਿੱਚ ਬੈਠ ਕਰਕੇ ਗੁਰਬਾਣੀ ਕੀਰਤਨ ਕਰਨਾ ਤੇ ਮਨ ਇੰਨਾ ਕੁ ਭਿੱਜਿਆ ਰਹਿਣਾ ਕਿ ਹਰ ਵੇਲੇ ਉਹਨਾਂ ਦੇ ਮਨ ਦੇ ਵਿੱਚ ਗੁਰੂ ਦੀ ਯਾਦ ਚੱਲਦੀ ਰਹਿਣੀ। ਬਹੁਤ ਸੰਗਤ ਵਿੱਚ ਉਹਨਾਂ ਨੇ ਬੈਠਣਾ, ਸੰਗਤ ਬਹੁਤ ਕਰਨੀ। ਤੇ ਜਿਹੜੇ ਭਾਈ ਨੱਥਾ ਜੀ ਪ੍ਰਚਾਰਕ ਜਿਹੜੇ ਭਾਈ ਅਲਮਸਤ ਜੀ ਨੇ ਥਾਪੇ ਸਨ, ਭਾਈ ਨੱਥਾ ਜੀ ਦਾ ਸੁਭਾਅ ਜਿਹੜਾ ਸੀ ਉਹ ਕੌੜਾ ਥੋੜ੍ਹਾ ਸੁਭਾਅ ਕਹਿ ਸਕਦੇ, ਕੁਰਖਤ ਸੁਭਾਅ ਦਾ। ਤੇ ਲੋਕਾਂ ਦੇ ਇਹ ਗਿਲੇ ਹੁੰਦੇ ਸੀ ਕਿ ਭਾਈ ਨੱਥਾ ਜੀ ਜਿਹੜੇ ਹਨ ਉਹ ਸੰਗਤ ਨੂੰ ਕੌੜਾ ਬਚਨ ਬੋਲਦੇ ਹਨ, ਉਹ ਸੰਗਤ ਨੂੰ ਗਾਲਾਂ ਕੱਢ ਦਿੰਦੇ ਹਨ। ਇਹ ਸਤਿਗੁਰ ਮਹਾਰਾਜ ਅੱਗੇ ਵੀ ਉਹਨਾਂ ਨੇ ਕਈ ਵਾਰੀ ਸ਼ਿਕਾਇਤ ਜਿਹੜੀ ਸੀ ਉਹ ਭੇਜਣਾ ਕੀਤੀ ਕਿ ਭਾਈ ਨੱਥਾ ਜੀ ਜਿਹੜੇ ਨੇ ਉਹ ਸੰਗਤ ਨੂੰ ਕੌੜਾ ਬੋਲਦੇ ਹਨ। ਸੋ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਟਾਕੇ ਦੇ ਵਿੱਚ ਪਹੁੰਚੇ। ਜਿਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਟਾਕੇ ਦੇ ਵਿੱਚ ਪਹੁੰਚਦੇ ਨੇ ਤੇ ਟਾਕੇ ਦੀ ਸੰਗਤ ਨੇ ਸਤਿਗੁਰ ਮਹਾਰਾਜ ਜੀ ਦਾ ਬਹੁਤ ਜਿਹੜਾ ਸੀ ਪਿਆਰ ਦੇ ਨਾਲ, ਨਿੱਘ ਦੇ ਨਾਲ ਸਵਾਗਤ ਕਰਨਾ ਕੀਤਾ। ਇੱਥੋਂ ਤੱਕ ਕਹਿੰਦੇ ਨੇ ਵਿਦਵਾਨ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਹੁੰਚਣ ਦੇ ਉੱਤੇ ਟਾਕੇ ਦੇ ਵਿੱਚ ਦੀਪਮਾਲਾ ਵੀ ਕੀਤੀ ਗਈ। ਸਤਿਗੁਰੂ ਮਹਾਰਾਜ ਕਿਰਪਾ ਕਰਨ। ਅਗਲੇ ਦਾ ਇਤਿਹਾਸ ਆਪਾਂ ਸਰਵਣ ਕਰਦੇ ਹਾਂ। ਅਗਲੇ ਦੀਵਾਨ ਦੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਸਤਿਗੁਰ ਦੇ ਚਰਨਾਂ 'ਚ ਅਰਦਾਸ ਕਰੀਏ, ਗੁਰੂ ਕਿਰਪਾ ਕਰੇ, ਜਗਤ ਨੂੰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਸੁੱਖ ਦਾ ਸਾਹ ਬਖਸ਼ਿਸ਼ ਕਰਨ। ਅਰਦਾਸ ਆਪ ਸੰਗਤ ਰੋਜ਼ਾਨਾ ਕਰਿਆ ਕਰੋ। ਸਤਿਗੁਰੂ ਮਹਾਰਾਜ ਕਿਰਪਾ ਕਰੋ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ। ਜਿਤ ਦੁਆਰੇ ਉਬਰੇ ਤਿੱਤੇ ਲਿਹੋ ਉਭਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ ਕਰ ਨਾਉ ਨਿਤ ਆਵੇ ਤਾਏ। ਤੇਗ ਬਹਾਦਰ ਸਿਮਰਿਐ ਕਰ ਨਾਉ ਨਿਤ ਆਵੇ